ਕਿਵੇਂ ਦੇਖਦੇ ਹੋ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਜਦੋਂ ਦੇ ਸਿਹਤ ਮੰਤਰੀ ਦੀ ਕੁਰਸੀ ਤੇ ਬੈਠੇ ਨੇ ਜੀ ਲਗਾਤਾਰ ਪੰਜਾਬ ਦੇ ਦੌਰੇ ਕਰ ਰਹੇ ਨੇ ਪਰ ਫਰੀਦਕੋਟ 'ਚ ਇੱਕ ਵੱਡਾ ਚੱਕਰ ਪੈ ਗਿਆ। ਵੀਸੀ ਨੂੰ ਵਾਈਸ ਚਾਂਸਲਰ ਨੂੰ ਉਹਨਾਂ ਨੇ ਗੰਦੇ ਬੈੱਡ ਤੇ ਪਾਇਆ। देखो जी उत्थे चेतन सिंह जोड़े माजरा ने गलत की करता सीगा तो मैं तो कहना भी वाइस चांसलर साहब नूं अपनी घाट एक्सैप्ट करनी चाहिए सी ते पैण दी बजाए कि सਮਾਂ ते 2 ਬੈੱਡਾਂ ਤੇ ਹੋਰ ਪੈ ਜਾਣਾ ਚਾਹੀਦਾ ਸੀ। ਕਿੱਡੀ ਕੁ ਗੱਲ ਸੀਗੀ ਇਹ। ਚਾਂਸਲਰ ਨੂੰ ਵਾਰਨਿੰਗ ਦਿੰਦੇ ਉਸ ਤੋਂ ਬਾਅਦ ਵਾਰਨਿੰਗ ਤੋਂ ਬਾਅਦ 10 ਦਿਨ ਬਾਅਦ 15 ਦਿਨ ਬਾਅਦ ਜਦੋਂ ਅਚਨਚੇਤ ਫੇਰ ਕਰਦੇ ਫੇਰ ਐਵੇਂ ਦਾ ਸਲੂਕ ਕਰਨਾ ਚਾਹੀਦਾ ਸੀ। ਇਹ ਜਿਹੜੀਆਂ ਵਾਰਨਿੰਗ ਵਾਲੀਆਂ ਗੱਲਾਂ ਸੀ, ਜਿਹੜੀਆਂ ਇਹ ਮੇਲ ਮਿਲਾਪ ਵਾਲੀਆਂ ਗੱਲਾਂ ਸੀ, ਇਹ ਪੁਰਾਣੀਆਂ ਸਰਕਾਰਾਂ 'ਚ ਸੀਗੀਆਂ। ਇਹ ਵਾਰਨਿੰਗ ਕਾਹਦੀ ਦੇਣੀ ਚਾਹੀਦੀ ਹੈ ਜਦੋਂ ਪਹਿਲੇ ਦਿਨ ਤੋਂ ਹੀ ਕਹਿਤਾ ਵੀ ਆਮ ਆਦਮੀ ਅਫਸਰਸ਼ਾਹੀ ਨੂੰ ਇਹ ਗੱਲ ਕਹਿਤੀ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ, ਆਮ ਲੋਕਾਂ ਦੀ ਸਰਕਾਰ ਬਣ ਗਈ। ਇਹ ਆਮ ਲੋਕਾਂ ਦੇ ਲਈ ਗੱਲ ਕਰੂਗੀ। ਜੇ ਹੁਣ ਉਹਦੇ 'ਚ ਆਮ ਲੋਕਾਂ ਦੇ ਲਈ ਕੋਈ ਸਟੈਂਡ ਲੈ ਲਿਆ ਤਾਂ ਕਿੱਡੀ ਕੁ ਗੱਲ ਹੋ ਗਈ ਜੀ ਇਹ। ਇਹ ਰਾਜਨੀਤਿਕ ਪਾਰਟੀਆਂ ਨੇ ਕਿਤੇ ਨਾ ਕਿਤੇ ਗੱਲਬਾਤ ਕਰ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਮੰਤਰੀ ਨੇ ਜੀ ਬੁਖਲਾਹਟ 'ਚ ਆਏ ਹੋਏ ਨੇ, ਉਹਨਾਂ ਨੂੰ ਸੈਂਸ ਨਹੀਂ ਹੈਗੀ, ਤਰੀਕਾ ਨਹੀਂ ਹੈਗਾ ਗੱਲਬਾਤ ਕਰਨ ਦਾ, ਇੱਥੋਂ ਤੱਕ ਕਹਿ ਰਹੇ ਨੇ। ਇਹ ਮੇਰੇ ਵਿਊ ਨੇ। ਜੇ ਤੁਸੀਂ ਕਿਸੇ ਨੂੰ ਘੂਰੋਗੇ ਨਹੀਂ, ਤਾੜਨਾ ਨਹੀਂ ਕਰੋਗੇ, ਕਿਵੇਂ ਸਿਸਟਮ ਸਿੱਧਾ ਹੋਊਗਾ ਜੀ। ਇਹ ਉਹੀ ਮਿੱਠੇ ਪੋਚੇ ਮਾਰ ਕੇ ਤੁਰ ਜਾਓਗੇ, ਕਿਵੇਂ ਸਿਸਟਮ ਸਿੱਧਾ ਹੋਊਗਾ ਜੀ। ਮੈਂ ਤਾਂ ਕਹਿੰਦਾ ਵੀ ਜਿਹੜੇ ਹੋਰ ਵੀ ਮੰਤਰੀ ਸਾਹਿਬਾਨ ਨੇ ਉਹਨਾਂ ਨੂੰ ਵੀ ਚੇਤਨ ਜੀ ਤਰ੍ਹਾਂ ਹੋਰ ਸਟਿਕ ਹੋਣਾ ਪਊਗਾ। ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ। ਮੈਂ ਅਮਨਦੀਪ ਸਿੰਘ ਮਾਝਾ। ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਲਗਾਤਾਰ ਜਦੋਂ ਦੇ ਸਿਹਤ ਮੰਤਰੀ ਬਣੇ ਨੇ ਉਹ ਪੂਰੇ ਪੰਜਾਬ ਦੇ ਵੱਡੇ ਸ਼ਹਿਰਾਂ ਤੇ ਵੱਡੇ ਹਸਪਤਾਲਾਂ ਦਾ ਦੌਰਾ ਕਰ ਰਹੇ ਨੇ ਕਿ ਕਿਵੇਂ ਦੇ ਪ੍ਰਬੰਧ ਨੇ, ਕਿਵੇਂ ਦੀ ਗੱਲਬਾਤ ਆ। ਪਰ ਜੋ ਉਹਨਾਂ ਨੇ ਦੌਰਾ ਕੀਤਾ ਫਰੀਦਕੋਟ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦਾ, ਜਿੱਥੇ ਕਿਤੇ ਨਾ ਕਿਤੇ ਜਦੋਂ ਦੇਖਿਆ ਕਿ ਜਿਹੜੇ ਹਾਲਾਤ ਤੇ ਉਹ ਵੱਧ ਤੋਂ ਬਦਤਰ ਤੇ ਜਿਹੜੇ ਬੈੱਡ ਤੇ ਉਹਨਾਂ ਦੇ ਗੱਦੇ ਗੰਦੇ ਸਨ, ਉਸ ਤੇ ਬੀਸੀ ਨੂੰ ਪਾਇਆ, ਜਾਣੀ ਕਿ ਵਾਈਸ ਚਾਂਸਲਰ ਨੂੰ ਕਿਹਾ ਕਿ ਤੁਸੀਂ ਪਾਓ। ਜਦੋਂ ਉਹ ਉੱਥੇ ਪਏ ਉਸ ਤੋਂ ਬਾਅਦ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਤੇ ਵੀ ਲਗਾਤਾਰ ਵਾਇਰਲ ਹੋ ਰਿਹਾ ਸੀ, ਕਹਿ ਰਹੇ ਸੀ ਕਿ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਨੇ ਇਹ ਗਲਤ ਕੀਤਾ। ਪਰ ਉਸ ਤੋਂ ਬਾਅਦ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਅਸਤੀਫਾ ਦੇ ਦਿੱਤਾ, ਸਵੇਰੇ ਅਸਤੀਫਾ ਦਿੱਤਾ। ਉਸ ਤੋਂ ਬਾਅਦ 2 ਹੋਰ ਅਫਸਰਾਂ ਨੇ ਅਸਤੀਫਾ ਦਿੱਤਾ। ਉਹ ਅਫਸਰ ਕਿਹੜੇ ਨੇ? ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾਕਟਰ ਰਾਜੀਵ ਦੇਵਗਨ ਨੇ ਵੀ ਅਸਤੀਫਾ ਦਿੱਤਾ। ਉਸ ਤੋਂ ਬਾਅਦ ਕਿ ਨਿਰਾਦਰ ਕੀਤਾ ਗਿਆ ਪੰਜਾਬ ਦੇ ਸਿਹਤ ਮੰਤਰੀ ਵੱਲੋਂ ਗੁਰੂ ਨਾਨਕ ਹਸਪਤਾਲ ਦੇ ਮੈਡੀਕਲ ਸੁਪਰੀਡੈਂਟ ਡਾਕਟਰ KD ਸਿੰਘ ਨੇ ਵੀ ਉਸ ਤੋਂ ਬਾਅਦ ਅਸਤੀਫਾ ਦਿੱਤਾ। ਦੋਹਾਂ ਨੇ ਅਸਤੀਫੇ ਦਾ ਕਾਰਨ ਦੱਸਿਆ ਨਿੱਜੀ, ਪਰ ਨਿੱਜੀ ਕਾਰਨ ਨਹੀਂ, ਕਾਰਨ ਇਹ ਆ ਕਿ ਕਿਉਂ ਕਿਤੇ ਨਾ ਕਿਤੇ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਨੇ ਵਾਈਸ ਚਾਂਸਲਰ ਦੀ ਬੇਇੱਜ਼ਤੀ ਕੀਤੀ ਆ, ਨਿਰਾਦਰ ਕੀਤਾ ਕਿ ਕਿਉਂ ਐਵੇਂ ਨਹੀਂ ਕਰਨਾ ਚਾਹੀਦਾ ਸੀ। ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਲਗਾਤਾਰ ਦੇਖ ਰਹੇ ਹਾਂ ਪੋਜ਼ਿਟਿਵ ਮੈਸੇਜ, ਨੈਗੇਟਿਵ ਮੈਸੇਜ, ਜਾਨੀ ਕਿ ਚੇਤਨ ਸਿੰਘ ਜੌੜਾ ਮਾਜਰਾ ਲਈ ਅੱਧੇ ਪੋਜ਼ਿਟਿਵ ਮੈਸੇਜ ਆ ਰਹੇ ਨੇ ਕਿ ਪੰਜਾਬ ਦੇ ਸਿਹਤ ਮੰਤਰੀ ਨੇ ਸਖਤਾਈ ਹੋਣੀ ਬਹੁਤ ਜ਼ਰੂਰੀ ਆ, ਕਿਉਂਕਿ ਪਿਛਲੀਆਂ ਸਰਕਾਰਾਂ ਨੇ ਕਦੇ ਸਖਤਾਈ ਨਹੀਂ ਕੀਤੀ, ਪਰ ਹੁਣ ਸਖਤਾਈ ਹੋਣੀ ਜ਼ਰੂਰੀ ਆ। ਚੇਤਨ ਸਿੰਘ ਜੌੜਾ ਮਾਜਰਾ ਸਹੀ ਸਨ। ਅਤੇ ਦੂਜੇ ਪਾਸੇ ਜਿਹੜੇ ਸਰਕਾਰ ਦੇ ਨੈਗੇਟਿਵ ਮੈਸੇਜ ਆ ਰਹੇ ਨੇ, ਸਰਕਾਰ ਦੇ ਵਿਰੁੱਧ ਮੈਸੇਜ ਆ ਰਹੇ ਨੇ, ਉਹ ਆ ਰਹੇ ਨੇ ਕਿ ਕਿਉਂ ਪਹਿਲਾਂ ਦੌਰਾ ਕੀਤਾ, ਪਹਿਲਾਂ ਸਮਝਾਉਣਾ ਚਾਹੀਦਾ ਸੀ। ਉਸ ਤੋਂ ਬਾਅਦ ਜਿਹੜੀਆਂ ਘਾਟਾਂ ਨੇ ਉਹਨਾਂ ਲਈ ਗਰਾਂਟਾਂ ਜਾਰੀ ਕਰਦੇ, ਉਸ ਤੋਂ ਬਾਅਦ ਉੱਥੇ ਜਾਂਦੇ ਤੇ ਉਸ ਤੋਂ ਬਾਅਦ ਪੁੱਛਦੇ ਵੀ ਇਹ ਤੁਸੀਂ ਘਾਟਾਂ ਨੇ ਜਿਹੜੀਆਂ ਕਿਉਂ ਨਹੀਂ ਕੱਢੀਆਂ। ਸੋ ਇਸ ਵਿਸ਼ੇ ਤੇ ਚਰਚਾ ਕਰਨ ਲਈ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ, ਹਲਕਾ ਸੰਗਰੂਰ ਤੋਂ ਸੀਨੀਅਰ ਆਗੂ ਨੇ ਗੁਰਪ੍ਰੀਤ ਸਿੰਘ ਆਲੋਅਰਕ। ਸੋ ਗੱਲਬਾਤ ਕਰਾਂਗੇ। ਆਲੋਅਰਕ ਸਾਹਿਬ, ਸਵਾਗਤ ਹੈ ਤੁਹਾਡਾ ਪੰਜਾਬੀ ਲੋਕ ਚੈਨਲ ਤੇ ਜੀ। ਬਹੁਤ ਧੰਨਵਾਦ ਜੀ ਪੰਜਾਬੀ ਲੋਕ ਚੈਨਲ ਦਾ। ਕਿਵੇਂ ਦੇਖਦੇ ਹੋ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਜਦੋਂ ਦੇ ਸਿਹਤ ਮੰਤਰੀ ਦੀ ਕੁਰਸੀ ਤੇ ਬੈਠੇ ਨੇ ਜੀ ਲਗਾਤਾਰ ਪੰਜਾਬ ਦੇ ਦੌਰੇ ਕਰ ਰਹੇ ਨੇ ਪਰ ਫਰੀਦਕੋਟ 'ਚ ਇੱਕ ਵੱਡਾ ਚੱਕਰ ਪੈ ਗਿਆ। ਵੀਸੀ ਨੂੰ ਵਾਈਸ ਚਾਂਸਲਰ ਨੂੰ ਉਹਨਾਂ ਨੇ ਗੰਦੇ ਬੈੱਡ ਤੇ ਪਾਇਆ, ਜੋ ਵੀ ਉਹਦਾ ਗੱਦਾ ਗੰਦਾ ਸੀ, ਪਰ ਉਸ ਤੋਂ ਬਾਅਦ ਉਹਨਾਂ ਨੇ ਅਸਤੀਫਾ ਦੇ ਦਿੱਤਾ। ਕਈ ਅਸਤੀਫੇ ਆ ਗਏ। ਹੁਣ ਲਗਾਤਾਰ ਆਮੋ ਸਾਹਮਣੇ ਨੇ ਕਿ ਸਿਹਤ ਮੰਤਰੀ ਨੇ ਬੇਇੱਜ਼ਤੀ ਕੀਤੀ ਹੈ ਜੀ ਵਾਈਸ ਚਾਂਸਲਰ ਦੀ। ਦੇਖੋ ਮਾਝਾ ਸਾਹਿਬ, ਮੈਂ ਚੇਤਨ ਸਿੰਘ ਜੌੜੇ ਮਾਜਰਾ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ। ਮੈਂ ਉਸ ਹਲਕੇ ਦਾ ਸਹਿ ਅਬਜ਼ਰਵਰ ਵੀ ਡਿਊਟੀ ਕੀਤੀ ਹੈ। ਉਹ ਬਹੁਤ ਮਿਹਨਤੀ ਤੇ ਧਾਕੜ ਇਨਸਾਨ ਨੇ। ਆਪਣੇ ਕੰਮ ਨੂੰ ਉਹ ਅੰਜਾਮ ਤੱਕ ਲੈ ਕੇ ਜਾਣ ਵਾਲੇ ਨੇ। ਪਾਰਟੀ ਦੇ ਲਈ ਦਿਨ ਰਾਤ ਮਿਹਨਤ ਕਰਦੇ ਨੇ। ਮੈਂ ਉਹਨਾਂ ਨੂੰ ਬਹੁਤ ਕਰੀਬੀ ਉਹਨਾਂ ਦੇ ਨਾਲ ਕੰਮ ਕੀਤਾ ਹੋਇਆ। ਜਿਹੜੀ ਗੱਲ ਤੁਸੀਂ ਕਰ ਰਹੇ ਹੋ ਵਾਈਸ ਚਾਂਸਲਰ ਦੀ ਕਿ ਉਹਨੇ ਅਸਤੀਫਾ ਦੇ ਦਿੱਤਾ, ਦੇਖੋ ਜੀ ਉੱਥੇ ਚੇਤਨ ਸਿੰਘ ਜੌੜੇ ਮਾਜਰਾ ਨੇ ਗਲਤ ਕੀ ਕਰਤਾ ਸੀਗਾ।
ਇਹੀ ਕਿਹਾ ਸੀ ਉਹਨਾਂ ਨੂੰ ਘਾਟ ਲੱਗੀ ਉਹਦੇ 'ਚ ਵੀ ਇਹਦੇ 'ਚ ਘਾਟ ਹੈ ਵੀ ਤੁਸੀਂ ਇਹ ਕੀ ਲੋਕਾਂ ਦੇ ਧੀ ਪੁੱਤ ਹੀ ਜਾਂ ਆਮ ਲੋਕਾਂ ਦੇ ਜਿਹੜੇ ਸਰਕਾਰੀ ਹਸਪਤਾਲਾਂ 'ਚ ਜਾਂਦੇ ਆ, ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਵੀ ਉਹ ਆਮ ਲੋਕਾਂ ਦੇ ਧੀ ਪੁੱਤ ਹੁੰਦੇ ਨੇ, ਆਮ ਵਰਗ ਜਿਹੜਾ ਸਾਰੇ ਪਾਸੋਂ ਦੱਬਿਆ ਟੁੱਟਿਆ ਲੁੱਟਿਆ ਹੋਇਆ ਵਰਗ ਹੈ, ਉਹ ਜਾ ਕੇ ਉਹ ਬੈੱਡਾਂ ਤੇ ਪੈਂਦੇ ਨੇ ਜਾਂ ਉਹਨਾਂ ਦੀ ਉਸ ਹਸਪਤਾਲਾਂ ਦੀ ਸਹੂਲਤ ਲੈਂਦੇ ਨੇ। ਤਾਂ ਜੇ ਉੱਥੇ ਉਹਨਾਂ ਨੂੰ ਘਾਟ ਲੱਗੀ ਉਸ ਚੀਜ਼ ਦੀ, ਤਾਂ ਮੈਂ ਤਾਂ ਕਹਿੰਦਾ ਵੀ ਵਾਈਸ ਚਾਂਸਲਰ ਸਾਹਿਬ ਨੂੰ ਆਪਣੀ ਘਾਟ ਐਕਸੈਪਟ ਕਰਨੀ ਚਾਹੀਦੀ ਸੀ ਤੇ ਪੈਣ ਦੀ ਬਜਾਏ ਕੀ ਸਮਾਂ ਤੇ 2 ਬੈੱਡਾਂ ਤੇ ਹੋਰ ਪੈ ਜਾਣਾ ਚਾਹੀਦਾ ਸੀ। ਕਿੱਡੀ ਕੁ ਗੱਲ ਸੀਗੀ ਇਹ ਕੋਈ ਉਹਨਾਂ ਨੇ ਕੋਈ ਗਲਤੀ ਨਹੀਂ ਕੀਤੀ ਇਹਦੇ ਵਿੱਚ। ਇਹ ਮਤਲਬ ਚਾਹੀਦਾ ਸੀ ਉਹਨਾਂ ਨੂੰ ਵਾਈਸ ਚਾਂਸਲਰ ਸਾਹਿਬ ਨੂੰ ਆਪਣੀ ਉਹ ਤੇ ਐਕਸੈਪਟ ਕਰਨੀ ਚਾਹੀਦੀ ਸੀ ਵੀ ਇਹ ਸਾਡੀ ਇਹ ਘਾਟ ਹੈ ਜੀ, ਸਾਡੇ ਕੋਲੇ ਆ ਕਮੀਆਂ ਨੇ, ਅਸੀਂ ਪੂਰੀਆਂ ਕਰਾਂਗੇ। ਬਿਲਕੁਲ, ਪਰ ਇਹ ਵੀ ਕਿਹਾ ਜਾਂਦਾ ਕਿ ਵਾਰਨਿੰਗ ਦੇਣੀ ਸੀ। ਪਹਿਲੀ ਵਾਰ ਗਏ ਜੀ ਉੱਥੇ ਜਿਹੜੀਆਂ ਘਾਟਾਂ ਲੱਗਦੀਆਂ ਸੀ ਕਿ ਪਹਿਲਾਂ ਵਾਈਸ ਚਾਂਸਲਰ ਨੂੰ ਵਾਰਨਿੰਗ ਦਿੰਦੇ, ਉਸ ਤੋਂ ਬਾਅਦ ਵਾਰਨਿੰਗ ਤੋਂ ਬਾਅਦ 10 ਦਿਨ ਬਾਅਦ 15 ਦਿਨ ਬਾਅਦ ਜਦੋਂ ਅਚਨਚੇਤ ਫੇਰ ਕਰਦੇ ਫੇਰ ਐਵੇਂ ਦਾ ਸਲੂਕ ਕਰਨਾ ਚਾਹੀਦਾ ਸੀ। ਜੇ ਕੋਈ ਗੱਲਬਾਤ ਆਉਂਦੀ ਵੀ ਪਹਿਲੀ ਵਾਰੀ ਵਾਰਨਿੰਗ ਚਾਹੀਦੀ, ਇਹ ਵੀ ਗੱਲ ਆ ਰਹੀ ਹੈ ਜੀ। ਦੇਖੋ ਬਹੁਤ ਸਾਲ ਹੋ ਗਏ, ਵਾਈਸ ਚਾਂਸਲਰ ਸਾਹਿਬ ਦੀ ਵੀ ਬਹੁਤ ਜ਼ਿਆਦਾ ਨੌਕਰੀ ਹੋ ਗਈ ਹੋਊਗੀ ਤੇ ਇਸ ਸਿਸਟਮ ਦੀ ਵੀ ਬਹੁਤ ਟਾਈਮ ਹੋ ਗਿਆ। ਇਹ ਜਿਹੜੀਆਂ ਵਾਰਨਿੰਗ ਵਾਲੀਆਂ ਗੱਲਾਂ ਸੀ, ਜਿਹੜੀਆਂ ਇਹ ਮੇਲ ਮਿਲਾਪ ਵਾਲੀਆਂ ਗੱਲਾਂ ਸੀ, ਇਹ ਪੁਰਾਣੀਆਂ ਸਰਕਾਰਾਂ 'ਚ ਸੀਗੀਆਂ। ਇਹ ਵਾਰਨਿੰਗ ਕਾਹਦੀ ਦੇਣੀ ਚਾਹੀਦੀ ਹੈ ਜਦੋਂ ਪਹਿਲੇ ਦਿਨ ਤੋਂ ਹੀ ਕਹਿਤਾ ਵੀ ਆਮ ਆਦਮੀ ਅਫਸਰਸ਼ਾਹੀ ਨੂੰ ਇਹ ਗੱਲ ਕਹਿਤੀ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ, ਆਮ ਲੋਕਾਂ ਦੀ ਸਰਕਾਰ ਬਣ ਗਈ, ਇਹ ਆਮ ਲੋਕਾਂ ਦੇ ਲਈ ਗੱਲ ਕਰੂਗੀ। ਜੇ ਹੁਣ ਉਹਦੇ 'ਚ ਆਮ ਲੋਕਾਂ ਦੇ ਲਈ ਕੋਈ ਸਟੈਂਡ ਲੈ ਲਿਆ ਤਾਂ ਕਿੱਡੀ ਕੁ ਗੱਲ ਹੋ ਗਈ ਜੀ। ਇਹ ਕੋਈ ਇਹਦੇ ਵਿੱਚ ਮੈਂ ਤਾਂ ਨਹੀਂ ਸਮਝਦਾ ਵੀ ਕੋਈ ਵਾਰਨਿੰਗ ਦੇਣੀ ਚਾਹੀਦੀ ਸੀ। ਦੂਸਰਾ ਕੁਛ ਇਹੋ ਜਿਹਾ ਹੋਇਆ ਵੀ ਨਹੀਂ ਵੀ ਕੋਈ ਵਾਰਨਿੰਗ ਵਾਲੀ ਗੱਲ ਹੋਵੇ ਵੀ ਇਹਦੇ ਤੇ ਇੱਕ ਬੈੱਡ ਦੇ ਲਈ ਉਹ ਵਾਰਨਿੰਗ ਦਿੰਦੇ। ਉਹਨਾਂ ਨੇ ਕਿਹਾ ਵੀ ਤੁਸੀਂ ਕਰਕੇ ਦਿਖਾਓ, ਤਾਂ ਕੋਈ ਉਹ ਨਹੀਂ। ਪੰਜਾਬ ਦੇ ਵੱਡੇ ਹਸਪੀਟਲ ਹੋਰ ਨੇ, ਉਹਨਾਂ ਦੇ ਸੀਨੀਅਰ ਆਫੀਸਰ ਨੇ, ਉਹ ਵੀ ਅਸਤੀਫੇ ਦੇ ਰਹੇ ਨੇ, ਕਹਿ ਰਹੇ ਨੇ ਬਹੁਤ ਗਲਤ ਹੋਇਆ ਜੀ, ਬੇਇੱਜ਼ਤੀ ਕੀਤੀ ਆ, ਨਿਰਾਦਰ ਕੀਤਾ ਵਾਈਸ ਚਾਂਸਲਰ। ਦੇਖੋ ਮੈਂ ਤੁਹਾਡੇ ਚੈਨਲ ਰਾਹੀਂ ਸਾਰੀ ਅਫਸਰਸ਼ਾਹੀ ਨੂੰ ਕੱਲੀ ਦੇਖੋ, ਸਾਡਾ ਇੱਕ ਜਿਹੜਾ ਅਸੀਂ ਏਜੰਡੇ ਤੇ ਸਾਡੀ ਸਰਕਾਰ ਬਣੀ ਆ ਆਮ ਆਦਮੀ ਪਾਰਟੀ ਦੀ, ਉਹ ਸਿਹਤ ਸਹੂਲਤਾਂ ਤੇ ਸਿੱਖਿਆ ਦੇ ਲਈ ਅਸੀਂ ਉਸ ਨੂੰ ਉੱਪਰ ਚੱਕਣ ਦੇ ਲਈ ਅਸੀਂ ਸਰਕਾਰ ਬਣਾਈ ਆ। ਅਸੀਂ ਲੋਕਾਂ ਦੇ ਪ੍ਰਤੀ ਜਵਾਬਦੇਹ ਹਾਂ ਇਸ ਚੀਜ਼ ਦੇ ਲਈ। ਤਾਂ ਮੈਂ ਅਫਸਰਸ਼ਾਹੀ ਨੂੰ ਇਹ ਬੇਨਤੀਓ ਕਰਦਾ। ਹੁਣ ਮੈਂ ਉਹਨਾਂ ਨੂੰ ਹੋਰ ਕੀ ਕਹਾਂ ਵੀ ਤੁਸੀਂ ਕਿਉਂ, ਪਹਿਲਾਂ ਆਪਾਂ ਪਿੱਛੇ ਜੇ ਦੇਖ ਕੇ ਹਟਿਆ, ਤਹਿਸੀਲਦਾਰਾਂ ਨੇ ਜਿਹੜਾ ਹੋਇਆ, ਉਸ ਤੋਂ ਪਹਿਲਾਂ ਪਟਵਾਰੀਆਂ ਵਾਲਾ ਸਿਸਟਮ ਹੋਇਆ। ਮਤਲਬ ਇਹ ਦੂਜੀਆਂ ਸਰਕਾਰਾਂ ਦੇ ਉਹਨਾਂ ਨੇ ਆਪਣਾ ਆਨੰਦ ਮਾਣ ਲਿਆ, ਉਹਨਾਂ ਨਾਲ ਤੁਸੀਂ ਕੀ ਕਰ ਲਿਆ ਉਹ ਨਹੀਂ ਪਤਾ ਹੈਗਾ। ਪਰ ਜਿਹੜੀ ਹੁਣ ਸਰਕਾਰ ਹੈ, ਜੇ ਇਹ ਸਾਫ਼ ਸੁਥਰੀ ਲੋਕਾਂ ਦੇ ਲਈ ਚੱਲਣਾ ਚਾਹੁੰਦੀ ਹੈ, ਇੱਕ ਸਿਸਟਮ ਬਣਾਉਣਾ ਚਾਹੁੰਦੀ ਹੈ, ਤਾਂ ਸਾਰੀ ਅਫਸਰਸ਼ਾਹੀ ਨੂੰ, ਪੰਜਾਬ ਦੀ ਸਾਰੀ ਅਫਸਰਸ਼ਾਹੀ ਨੂੰ ਇਸ ਸਰਕਾਰ ਦਾ ਸਾਥ ਦੇਣਾ ਚਾਹੀਦਾ। ਬਿਲਕੁਲ, ਪੰਜਾਬ ਦੇ ਨਵੇਂ ਕੈਬਨਿਟ ਮੰਤਰੀ ਬਣੇ ਨੇ ਫੌਜਾ ਸਿੰਘ ਸਰਾਰੀ, ਉਹਨਾਂ ਦਾ ਇੱਕ ਬਿਆਨ ਆਇਆ ਕਿ ਚੇਤਨ ਸਿੰਘ ਜੌੜਾ ਮਾਜਰਾ ਸਿਹਤ ਮੰਤਰੀ ਨੇ ਵੀ ਉਹਨਾਂ ਨੂੰ ਐਵੇਂ ਨਹੀਂ ਕਰਨਾ ਚਾਹੀਦਾ ਸੀ। ਚਲੋ ਜੇ ਗਲਤੀ ਹੋ ਵੀ ਗਈ ਤਾਂ ਮੁਆਫੀ ਮੰਗ ਲੈਣੀ ਚਾਹੀਦੀ ਹੈ। ਇੱਥੋਂ ਤੱਕ ਫੌਜਾ ਸਿੰਘ ਸਰਾਰੀ ਨੇ ਕਹਿ ਦਿੱਤੀ ਗੱਲ। ਤੁਹਾਡੀ ਕੈਬਨਿਟ ਮਿਨਿਸਟਰ ਨੇ, ਜਾਣੀ ਕਿ ਆਮ ਆਦਮੀ ਪਾਰਟੀ ਦੇ ਕੈਬਨਿਟ ਮਿਨਿਸਟਰ ਨੇ ਇਹ ਗੱਲ ਕੀ ਕੀਤੀ ਹੈ ਜੀ? ਦੇਖੋ ਵੈਸੇ ਮੈਂ ਸੁਣਿਆ ਨਹੀਂ ਹੈਗਾ ਵੀ ਉਹਨਾਂ ਨੇ ਗੱਲ ਕਹੀ ਹੈ, ਪਰ ਜੇ ਕਹੀ ਵੀ ਹੈ ਤਾਂ ਮੈਂ ਮਾਫੀ ਮੰਗਣ ਵਾਲੀ ਇਹਦੇ 'ਚ ਕੋਈ ਗੱਲ ਨਹੀਂ ਸਮਝਦਾ ਜੀ। ਇਹ ਮੇਰੇ ਵਿਊ ਨੇ। ਜੇ ਤੁਸੀਂ ਕਿਸੇ ਨੂੰ ਘੂਰੋਗੇ ਨਹੀਂ, ਤਾੜਨਾ ਨਹੀਂ ਕਰੋਗੇ, ਕਿਵੇਂ ਸਿਸਟਮ ਸਿੱਧਾ ਹੋਊਗਾ ਜੀ? ਇਹ ਉਹੀ ਮਿੱਠੇ ਪੋਚੇ ਮਾਰ ਕੇ ਤੁਰ ਜਾਓਗੇ, ਕਿਵੇਂ ਸਿਸਟਮ ਸਿੱਧਾ ਹੋਊਗਾ ਜੀ? ਮੈਂ ਤਾਂ ਅਜੇ ਕਹਿਣਾ ਵੀ ਜਿਹੜੇ ਇਹ ਦੌਰੇ ਹੋ ਰਹੇ ਨੇ ਜਾਂ ਵਿਜ਼ਿਟ ਹੋ ਰਹੇ ਨੇ, ਇਹ ਬਿਨਾਂ ਦੱਸੇ ਤਾਂ ਬਿਨਾਂ ਕਹੇ ਹੋਣੇ ਚਾਹੀਦੇ ਨੇ, ਰਾਤ ਨੂੰ ਵੀ ਹੋਣੇ ਚਾਹੀਦੇ ਨੇ, ਦਿਨ 'ਚ ਵੀ ਹੋਣੇ ਚਾਹੀਦੇ ਨੇ। ਇਹ ਸੁਧਾਰ ਵਾਲੇ ਪਾਸੇ ਆਪਾਂ ਫੇਰ ਹੀ ਜਾਵਾਂਗੇ। ਬਿਲਕੁਲ, ਪਰ ਪਹਿਲਾ ਵਿਜ਼ਿਟ ਦਾ ਜਿਹੜਾ ਹੋ ਰਿਹਾ, ਪਹਿਲਾਂ ਦੱਸਿਆ ਜਾ ਰਿਹਾ ਹਸਪਤਾਲ ਜਿੱਥੇ ਵੀ ਜਾਂਦੇ ਨੇ, ਚਾਹੇ ਉਹ ਨਾਭੇ ਆਏ, ਚਾਹੇ ਸੰਗਰੂਰ ਆਏ ਜੀ, ਚਾਹੇ ਹੋਰ ਕਿਤੇ, ਜਾਨੀ ਕਿ ਜੇ ਦੱਸੇ ਹੋਣ ਤੇ ਵੀ ਐਵੇਂ ਦੀ ਗੱਲ ਸਾਹਮਣੇ ਆ ਜੇ ਫਿਰ ਤਾਂ ਹਾਲਾਤ ਮਾੜੇ ਲੱਗਦੇ ਨੇ, ਬਹੁਤ ਮਾੜੇ ਨੇ ਜੀ। ਦੇਖੋ ਜਿਹੜੀ ਹੁਣ ਵਾਰਨਿੰਗ ਵਾਲੀ ਗੱਲ ਆ ਗਈ, ਜੇ ਹੁਣ ਆਪਾਂ ਕਿਤੇ ਜਗ੍ਹਾ ਤੇ ਗੱਲ ਕਰਕੇ ਜਾ ਹੀ ਰਹੇ ਹਾਂ ਤਾਂ ਉੱਥੇ ਉਹਨਾਂ ਨੂੰ ਪਤਾ ਹੈ ਵੀ ਸਾਡੇ ਮੰਤਰੀ ਨੇ ਆਉਣਾ, ਫਿਰ ਆਪਾਂ ਸਮਝੀਏ ਫਿਰ ਆਪਾਂ ਉਹਦਾ ਕੀ ਸਤਿਕਾਰ ਕਰ ਰਹੇ ਹਾਂ? ਜੇ ਉਹੀ ਕੁਛ ਆਪਾਂ ਨੇ ਵੀ ਮੰਤਰੀ ਆਇਆ ਜੀ ਚਲਿਆ ਜਾਊਗਾ, ਜੇ ਉਹੀ ਕੁਛ ਕਰ ਰੱਖਿਆ ਫਿਰ ਆਪਾਂ ਨੇ ਸਤਿਕਾਰ ਕੀ ਕੀਤਾ ਜੀ? ਜੇ ਆਪਾਂ ਨੇ ਉਸ ਦਿਨ ਵੀ ਉਹ 'ਚ ਚੇਂਜ ਨਹੀਂ ਕੀਤਾ ਫਿਰ ਕੀ ਹੈ? ਜੇ ਅਚਨਚੇਤਕ ਛਾਪੇ ਹੋਣਗੇ ਤਾਂ ਪਤਾ ਨਹੀਂ ਕੀ ਨਿਕਲ ਕੇ ਆਊਗਾ। ਬਿਲਕੁਲ, ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਕਿਤੇ ਨਾ ਕਿਤੇ ਗੱਲਬਾਤ ਕਰ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਮੰਤਰੀ ਨੇ ਜੀ ਬੁਖਲਾਹਟ 'ਚ ਆਏ ਹੋਏ ਨੇ, ਉਹਨਾਂ ਨੂੰ ਸੈਂਸ ਨਹੀਂ ਹੈਗੀ, ਤਰੀਕਾ ਨਹੀਂ ਹੈਗਾ ਗੱਲਬਾਤ ਕਰਨ ਦਾ, ਇੱਥੋਂ ਤੱਕ ਕਹਿ ਰਹੇ ਨੇ ਜੀ। ਦੇਖੋ ਦੇਖੋ ਲੋਕ ਤਾਂ ਨਹੀਂ ਕਹਿ ਰਹੇ ਇਹ ਗੱਲ ਕਹਿ ਰਹੀਆਂ ਨੇ ਵਿਰੋਧੀ ਪਾਰਟੀਆਂ, ਵਿਰੋਧੀ ਲੀਡਰ ਕਹਿ ਰਹੇ ਨੇ। ਉਹ ਕਿਉਂ ਕਹਿ ਰਹੇ ਨੇ? ਕਿਉਂਕਿ ਉਹ ਜ਼ਿਆਦਾ ਸੈਂਸ 'ਚ ਸੀਗੇ, ਉਹਨਾਂ ਨੂੰ ਸੈਂਸ ਜ਼ਿਆਦਾ ਸੀ, ਉਹਨਾਂ ਨੂੰ ਕਮਾਉਣ ਦੇ ਤਰੀਕਿਆਂ ਦਾ ਵਧੀਆ ਪਤਾ ਸੀਗਾ, ਉਹਨਾਂ ਨੇ ਉਸੇ ਤਰ੍ਹਾਂ ਜਾਣਾ ਸੀ, ਆਪਣਾ ਉੱਥੋਂ ਪੈਕੇਜ ਲੈਣਾ ਸੀ, ਉਹ ਹਸਪਤਾਲਾਂ 'ਚੋਂ ਵਾਪਸ ਆ ਜਾਣਾ ਸੀਗਾ, ਆਪਣੀਆਂ ਕੋਈ ਦਵਾਈਆਂ ਦਾ ਕਮਿਟਮੈਂਟ ਕਰਨਾ ਸੀ, ਉੱਥੋਂ ਵਾਪਸ ਆ ਜਾਣਾ ਸੀ। ਸੋ ਸਾਡੇ ਕੋਲ ਇਹ ਕੁਛ ਨਹੀਂ ਹੈ ਜੀ।
ਅਸੀਂ ਇਹ ਸੈਂਸ ਨੂੰ ਮੈਂ ਤਾਂ ਨਹੀਂ ਕੁਝ ਗਲਤ ਸਮਝ ਰਿਹਾ ਹੈਗਾ ਜੀ। ਠੀਕ ਹੈ, ਕੀ ਲੱਗਦਾ ਤੁਹਾਨੂੰ ਸੁਧਾਰ ਐਵੇਂ ਹੀ ਆਊਗਾ ਜੇ ਕਿਤੇ ਨਾ ਕਿਤੇ ਐਵੇਂ ਸਟ੍ਰਿਕਟ ਹੋਇਆ ਜਾਊਗਾ, ਐਵੇਂ ਛਾਪੇ ਵੱਜਣ, ਐਵੇਂ ਪਤਾ ਲੱਗੇ ਹਸਪੀਟਲਾਂ ਦਾ ਕਿੰਨੇ ਕੁ ਪ੍ਰਬੰਧ ਨੇ, ਕਿੰਨੇ ਕੁ ਪੁਖਤਾ ਹੈ ਵੀ ਨੇ ਜਾਂ ਨਹੀਂ ਹੈਗੇ? ਮਾਝਾ ਸਾਹਿਬ ਇਹ ਸੁਧਾਰ ਤਾਂ ਤਾੜਨਾ ਦੇ ਨਾਲ ਹੀ ਆਊਗਾ। ਜਦੋਂ ਤੁਸੀਂ ਤਾੜਨਾ ਕਰੋਗੇ, ਜਿਹੜਾ ਜਵਾਬਦੇਹ ਹੈ, ਜਦ ਤੱਕ ਤੁਸੀਂ ਉਹ ਜਵਾਬਦੇਹ ਨੂੰ ਉਹਨੂੰ ਬਾਹਰ ਨਹੀਂ ਕੱਢਦੇ, ਉਸ ਚੋਂ ਅਲੱਗ ਨਹੀਂ ਕੱਢਦੇ ਹੈਗੇ ਵੀ ਤੇਰੀ ਇੱਥੇ ਜਵਾਬਦੇਹੀ ਬਣਦੀ ਸੀ, ਇੱਥੇ ਕੁਤਾਹੀ ਕਿਉਂ ਹੋਈ ਹੈ, ਉਦੋਂ ਤੱਕ ਮੈਨੂੰ ਨਹੀਂ ਲੱਗਦਾ ਹੈਗਾ। ਉਹਨੂੰ ਜਵਾਬਦੇਹ ਨੂੰ ਆਪਣਾ ਜਵਾਬਦੇਹ ਹੋਣਾ ਚਾਹੀਦਾ ਹੈ। ਇਹ ਆਪਾਂ ਨੂੰ ਜ਼ਿੰਮੇਵਾਰੀ ਆਪਣੀ ਅਫਸਰਸ਼ਾਹੀ ਨੂੰ ਵੀ, ਜਿੱਥੇ ਵੀ ਜੋ ਵੀ ਕੋਈ ਡਿਊਟੀ ਮੁਲਾਜ਼ਮ ਕਰ ਰਿਹਾ ਉਹਨੂੰ ਉੱਥੇ ਆਪਣੀ ਜਵਾਬਦੇਹੀ ਸਮਝਣੀ ਚਾਹੀਦੀ ਹੈ। ਬਿਲਕੁਲ, ਅੰਮ੍ਰਿਤਸਰ ਦੇ ਸੀਨੀਅਰ ਆਫੀਸਰ ਨੇ ਜਿਹੜੇ, ਉਹਨਾਂ ਨੇ ਵੀ ਉਸ ਤੋਂ ਬਾਅਦ ਅਸਤੀਫੇ ਦਿੱਤੇ। ਕੀ ਲੱਗਦਾ ਆਪਦੀ ਯੂਨਿਟੀ ਬਣਾਉਣਾ ਚਾਹੁੰਦੇ ਨੇ ਵੀ ਯੂਨਿਟੀ ਬਣਾ ਕੇ ਦਬਾਅ ਬਣਾ ਲਈਏ ਸਰਕਾਰ ਤੇ, ਜਾਂ ਦਬਾਅ ਬਣਾ ਲਈਏ ਸਿਹਤ ਮੰਤਰੀ ਤੇ? ਮਾਝਾ ਸਾਹਿਬ ਇਹ ਹੁੰਦਾ ਹੀ ਇਹੀ ਆਇਆ ਹੈ, ਯੂਨਿਟੀ ਬਣਾਓ, ਇੱਕ ਇਕੱਠ ਕਰੋ, ਹਸਪਤਾਲਾਂ ਦੇ ਵਿੱਚ ਸਟ੍ਰਾਈਕਾਂ ਕਰ ਦਿਓ, ਤੇ ਜਾਂ ਜਿਹੜੇ ਵੀ ਸਿਸਟਮ ਤੇ ਕਦੇ ਉਂਗਲੀ ਉੱਠੀ ਉਸ ਸਿਸਟਮ 'ਚ ਹੜਤਾਲਾਂ ਕਰ ਦਿਓ ਵੀ ਪਤਾ ਨਹੀਂ ਇੱਥੋਂ ਕੀ ਮਿਲ ਜੂਗਾ। ਦੇਖੋ ਇਹ ਮੈਂ ਕਹਿੰਦਾ ਇਹ ਆਮ ਵਰਗ ਨਾਲ, ਉਹ ਲੋਕਾਂ ਨਾਲ ਖਿਲਵਾੜ ਹੈ ਜਿਹੜੇ ਇੱਕ ਤੁਹਾਡੇ ਵਾਂਗ ਤੁਹਾਨੂੰ ਟੈਕਸ ਦਿੰਦੇ ਨੇ, ਉਹ ਰੋਜ਼ ਦਾ ਪੈਸਾ ਆਪਣੇ ਇਸ ਖਜ਼ਾਨੇ ਨੂੰ ਭਰਨ ਵਿੱਚ ਖਰਚ ਕਰਦੇ ਨੇ। ਇਹ ਉਹਨਾਂ ਲੋਕਾਂ ਲਈ ਤੁਸੀਂ ਉਹ ਕਰ ਰਹੇ ਹੋ, ਆਪਣੀ ਸਮੱਸਿਆ ਵਧਾ ਰਹੇ ਹੋ ਨਾ। ਜਾਨੀ ਕਿ ਗੱਲ ਉਹੀ ਆ ਗਈ ਦੁਬਾਰਾ ਵੀ ਸਟ੍ਰਿਕਟ ਹੋਣਾ ਹੀ ਪਊਗਾ ਜੇ ਇਹ ਸਮਾਜ ਨੂੰ ਬਦਲਣਾ, ਜੇ ਸਿਸਟਮ ਨੂੰ ਚੇਂਜ ਕਰਨਾ। ਬਿਲਕੁਲ ਪੂਰੀ ਤਰ੍ਹਾਂ ਸਟ੍ਰਿਕਟ ਹੋਣਾ ਪਊਗਾ। ਮੈਂ ਤਾਂ ਕਹਿੰਦਾ ਵੀ ਜਿਹੜੇ ਹੋਰ ਵੀ ਮੰਤਰੀ ਸਾਹਿਬਾਨ ਨੇ ਉਹਨਾਂ ਨੂੰ ਵੀ ਚੇਤਨ ਜੀ ਤਰ੍ਹਾਂ ਹੋਰ ਸਟਿਕ ਹੋਣਾ ਪਊਗਾ। ਕੋਈ ਕਮੀ ਨਹੀਂ, ਚੇਤਨ ਜੀ 'ਚ ਕੋਈ ਕਮੀ ਨਹੀਂ। ਮੈਂ ਪਹਿਲਾਂ ਵੀ ਕਹਿ ਕੇ ਹਟਿਆ ਵੀ ਮੈਂ ਉਹਨਾਂ ਦੇ ਨਾਲ ਕੰਮ ਕੀਤਾ। ਜੇ ਤੁਸੀਂ ਇੱਕ ਕਾਲ ਕਰੋ ਜੀ ਉਹਨਾਂ ਨੂੰ, ਆਪਣੇ ਫੋਨ ਤੋਂ ਕਰੋ ਫੋਨ, ਜੇ ਚੇਤਨ ਜੀ ਦਾ ਫੋਨ ਨਹੀਂ ਚੱਕਿਆ ਜਾਂਦਾ ਜਾਂ ਨਹੀਂ ਰਿਸੀਵ ਹੁੰਦਾ ਤਾਂ ਆਪਾਂ ਉਹਨਾਂ 'ਤੇ ਕੋਈ ਉਹ ਕਰ ਸਕਦੇ ਹਾਂ। ਉਹ ਮੈਂ ਪਿੱਛੇ ਜਿਹਾ ਚੰਡੀਗੜ੍ਹ ਉਹਨਾਂ ਨੂੰ ਮਿਲ ਕੇ ਆਇਆ, ਉਹਨਾਂ ਦੇ ਜਿਹੜੇ ਨਾਲ ਮੁੰਡੇ ਸੀਗੇ, ਪੀਏ ਸੀਗੇ, ਉਹ ਜਦੋਂ ਫੋਨ ਵੱਜ ਰਿਹਾ ਸੀ ਉਹ ਕਹਿੰਦੇ ਭਾਈ ਕਾਕਾ ਇਹਨੂੰ ਚੱਕ ਲੈ, ਕਹਿੰਦੇ ਰੱਖਿਆ ਕਾਹਦੇ ਵਾਸਤੇ, ਆਪਾਂ ਨੇ ਵਜਨ 3 ਫੋਨਾਂ ਦੇ ਚੱਕੇ ਨੇ, ਇਹਨੂੰ ਚੱਕ ਲੈ। ਚੱਕਦਾ ਕਿਉਂ ਨਹੀਂ ਹੈਗਾ? ਕੋਈ ਦੁਖੀ ਹੋਊਗਾ, ਕੋਈ ਪਰੇਸ਼ਾਨ ਹੋਊਗਾ। ਦੇਖੋ ਉਹ ਬੰਦੇ ਦੀ ਸੋਚ ਕਿੱਥੇ ਤੱਕ ਹੈ ਜੀ। ਆਪਾਂ ਉਹਨੂੰ ਲਿਆ ਕੇ ਘੇਰੇ 'ਚ ਖੜਾ ਕਰ ਰਹੇ ਹਾਂ ਵੀ ਇਹ ਕੰਮ ਕਿਉਂ ਕਰ ਰਿਹਾ, ਇਹ ਗਲਤ ਹੈ ਜੀ। ਠੀਕ ਹੈ, ਬਿਲਕੁਲ ਜੀ। ਸੋ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਆਲੋਅਰਖ, ਜਿਨ੍ਹਾਂ ਦਾ ਕਹਿਣਾ ਕਿ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਵਧੀਆ ਕੰਮ ਕਰ ਰਹੇ ਨੇ। ਜਦੋਂ ਦੇ ਉਹ ਸਿਹਤ ਮੰਤਰੀ ਬਣੇ ਨੇ ਪੂਰੇ ਪੰਜਾਬ ਦੇ ਵੱਡੇ ਹਸਪੀਟਲਾਂ 'ਚ ਜਾ ਰਹੇ ਨੇ, ਹਸਪਤਾਲਾਂ ਦਾ ਦੌਰਾ ਕਰ ਰਹੇ ਨੇ, ਦੇਖ ਰਹੇ ਨੇ। ਜੇ ਫਰੀਦਕੋਟ 'ਚ ਕੋਈ ਕੁਤਾਹੀ ਸੀ ਤਾਂ ਉਹਨਾਂ ਨੇ ਵਾਈਸ ਚਾਂਸਲਰ ਨੂੰ ਕਿਹਾ, ਤਾਂ ਹੀ ਇਹ ਗੱਲਬਾਤ ਹੋਈ ਆ ਕਿ ਐਵੇਂ ਦਾ ਹੀ ਸਿਸਟਮ ਚੱਲਣਾ ਚਾਹੀਦਾ, ਤਾਂ ਬਦਲਾਵ ਹੋਵੇਗਾ। ਪਰ ਵਿਰੋਧੀ ਪਾਰਟੀਆਂ ਕਹਿ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਤਰੀਕਾ, ਮੰਤਰੀਆਂ ਦਾ ਤਰੀਕਾ, ਉਹ ਸਹੀ ਨਹੀਂ ਹੈ। ਕੈਮਰਾਮੈਨ ਅਰਵਿੰਦਰ ਨੀਨੂ ਨਾਲ ਅਮਨਦੀਪ ਸਿੰਘ ਮਾਝਾ, ਪੰਜਾਬੀ ਲੋਕ ਚੈਨਲ।